ਹੈਲੋ ਫਰੈਂਡਸ, ਤੁਹਾਡਾ ਪੰਜਾਬ ਪੀਐਸਟਾਰ ਜੂਨੀਅਰ ਚੈਨਲ 'ਚ ਸਵਾਗਤ ਆ। ਪਿਛਲੀ ਵੀਡੀਓ 'ਚ ਆਪਾਂ ਥੋੜੀ ਜਿਹੀ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ। ਹੁਣ ਆਪਾਂ ਅੱਗੇ ਕਰਾਂਗੇ। ਸਭ ਤੋਂ ਪਹਿਲਾਂ ਹੈਗੇ ਆ ਐਵਰੀ ਡ੍ਰੌਪਸ ਕਾਊਂਟ, ਮਤਲਬ ਡ੍ਰੌਪ ਪਾਣੀ, ਵਾਟਰ ਨਾਲ ਰਿਲੇਟਡ ਕੋਈ ਵੀ ਗੱਲ ਕੀਤੀ ਗਈ ਆ। ਹੁਣ ਸਭ ਤੋਂ ਪਹਿਲਾਂ ਕੁਐਸਚਨ ਪੁੱਛ ਲਏ ਜਾਂਦੇ ਆ ਕਿ ਕਿੱਥੇ ਕਿਹੜੀ ਜਗ੍ਹਾ 'ਤੇ ਮਤਲਬ ਪਾਣੀ ਦੀ ਇੰਪੋਰਟੈਂਸ ਕਿਵੇਂ ਆ, ਜਾਂ ਕਿਨਾਂ ਦੇ ਪਾਣੀ ਕਿੱਥੇ ਕਿੱਥੇ ਆ, ਅਤੇ ਸਾਰਾ ਪੁੱਛ ਲੈਂਦੇ ਆ। ਦਿਸ ਚੈਪਟਰ ਟਾਕਸ ਅਬਾਊਟ ਅ ਪਲੇਸ ਨੇਮਡ ਗਾਂਧੀਸਰ ਸਰ ਲੇਕਸ ਮੀਨਸ ਅ ਲੇਕ, ਮਤਲਬ ਕਿ ਗਾੜੀਸਰ ਵਿੱਚ ਨਾ ਜਿਹੜੇ ਸਰ ਵਰਡ ਆ ਨਾ, ਇਹਦਾ ਮੀਨ ਕੀ ਹੁੰਦਾ ਹੈ? ਲੇਕ ਹੁੰਦੀਆਂ ਨੇ ਜਿਹੜੀਆਂ ਝੀਲਾਂ, ਨਦੀਆਂ। ਡੀਅਰ ਵਾਸ ਸਕੂਲ ਔਨ ਘਾਟ, ਮਤਲਬ ਜਿਹੜੇ ਸਕੂਲ ਆ ਘਾਟ ਵਿੱਚ ਬਣੇ ਹੋਏ ਆ। ਦਿਸ ਇਜ਼ ਦੀ ਸਟੋਰੀ ਆਫ ਜੈਸਲਮੇਰ, ਜਿਹੜੀ ਜੈਸਲਮੇਰ ਦੀ ਸਟੋਰੀ ਆ। ਦੇਅਰ ਵਾਜ਼ 9 ਲੇਕਸ ਐਂਡ ਦੇ ਕੈਨ ਬੀ ਫਿਲਡ ਵਿਦ ਦ ਸਿੰਗਲ ਲੇਕ, ਮਤਲਬ ਕਿ ਜਿਹੜੀ ਜੈਸਲਮੇਰ ਆ ਉਹਦੇ ਵਿੱਚ ਕਿਨਾਂ ਦੇ 9 ਲੇਕਸ ਨੇ, ਅਤੇ ਉਹ ਸਾਰੀਆਂ ਲੇਕਸ ਜਿਹੜੀਆਂ ਮਤਲਬ ਇੱਕ ਲਾਈਨ ਵਿੱਚ, ਸਿੰਗਲ ਲਾਈਨ ਵਿੱਚ ਬਣੀਆਂ ਹੋਈਆਂ ਨੇ ਇਸ ਤਰੀਕੇ ਨਾਲ। ਇੱਕ ਇੱਥੇ ਲੇਕ ਆ, ਇੱਕ ਇੱਥੇ, ਇਹ ਸਾਰੀਆਂ ਨੇ। ਜੈਸਲਮੇਰ ਗੈਟ ਵੈਰੀ ਲਿਟਲ ਰੇਨਫॉल ਵੰਸ ਇਨ ਅ ਈਅਰ ਔਰ ਸਮਟਾਈਮ ਨੋਟ ਇਵਨ ਦੈਟ, ਮਤਲਬ ਕਹਿੰਦੇ ਆ ਕਿ ਜੈਸਲਮੇਰ ਇੱਕ ਉਹ ਵਾਲੀ ਜਗ੍ਹਾ ਹੈ ਕਿ ਜਿੱਥੇ ਵਰਖਾ ਬਹੁਤ ਘੱਟ ਹੁੰਦੀ ਆ, ਸਾਲ 'ਚ ਇੱਕ ਵਾਰ, ਕਈ ਵਾਰ ਇੱਕ ਵਾਰ ਵੀ ਨਹੀਂ ਹੁੰਦੀ। ਐਂਡ ਸਮ ਪਲੇਸਿਸ ਪੀਪਲ ਸੈਲੀਬ੍ਰੇਟ ਇਟ ਵੈਨ ਐਵਰ ਲੇਕਸ ਗੈਟ ਫਿਲਡ ਅਪ ਵਿਦ ਵਾਟਰ। ਉੱਤਰਾਖੰਡ ਨਿਊ ਬਰਾਈਡ ਗੋਜ਼ ਟੂ ਦੀ ਸਪਰਿੰਗ ਔਰ ਦੀ ਪੌਂਡ, ਮਤਲਬ ਕਿ ਉਹ ਕਹਿੰਦੇ ਪਏ ਕਿ ਜਦੋਂ ਕਿ ਬਹੁਤ ਸਾਰੇ ਜਗ੍ਹਾ ਨੇ ਜਿੱਥੇ ਕਿਨਾਂ ਦੀ ਜਦੋਂ ਵੀ ਮਤਲਬ ਪਾਣੀ ਨਾਲ ਉਹਨਾਂ ਦੀ ਲੇਕ ਪੂਰੀ ਫਿਲ ਕਰ ਜਾਂਦੀ ਹੈ, ਭਰ ਜਾਂਦੀ ਆ, ਉਦੋਂ ਕਿਨਾਂ ਦੇ ਉਹਨੂੰ ਉੱਥੇ ਸੈਲੀਬ੍ਰੇਟ ਕਰਦੇ, ਮਤਲਬ ਜਸ਼ਨ ਮਨਾਉਂਦੇ ਆ। ਜਿਵੇਂ ਉੱਤਰਾਖੰਡ ਵਿੱਚ ਉਹ ਕਹਿੰਦੇ ਪਏ ਕਿ ਨਿਊ ਬਰਾਈਡ ਆ ਉਹ ਕਿਨਾਂ ਦੇ ਪੌਂਡ 'ਤੇ ਜਾਂ ਸਪਰਿੰਗ 'ਤੇ, ਮਤਲਬ ਜਿੱਥੇ ਵੀ ਪਾਣੀ ਦੀ ਝੀਲ ਬਣੀ ਆ, ਨਦੀ ਬਣੀ ਆ, ਉੱਥੇ ਜਾਂਦੀ, ਉੱਥੇ ਜਾ ਕੇ ਪੂਜਾ ਕਰਦੀ ਆ। ਦੀ ਰੀਜ਼ਨਸ ਵਾਈ ਵੈਲਸ ਹੈਵ ਡਰਾਈਡ ਅਪ, ਮਤਲਬ ਕਹਿੰਦੇ ਕਿ ਪਏ ਆ ਕਿ ਜਿਹੜੇ ਖੂਹ ਵੈਲ ਆ ਉਹ ਕਾਹਤੋਂ ਸੁੱਕ ਗਏ ਆ। ਵਾਟਰ ਇਜ਼ ਬੀਂਗ ਪੰਪਡ ਅਪ ਫਰੋਮ ਅੰਡਰ ਦੀ ਗਰਾਊਂਡ, ਮਤਲਬ ਕਹਿੰਦੇ ਕਿ ਪਾਣੀ ਨੂੰ ਮੋਟਰ ਰਾਹੀਂ, ਜਿਹੜੀ ਇਲੈਕਟ੍ਰਿਕ ਮੋਟਰਸ ਯੂਜ਼ ਕਰਕੇ, ਪੰਪ ਯੂਜ਼ ਕਰਕੇ ਧਰਤੀ ਵਿੱਚੋਂ ਬਹੁਤ ਨੀਚੋਂ ਕੱਢਿਆ ਜਾ ਰਿਹਾ, ਇਸ ਕਰਕੇ ਪਾਣੀ ਜਿਹੜੇ ਆ ਕਿਨਾਂ ਦੇ ਖੂਹ ਅੱਜ ਕੱਲ੍ਹ ਸੁੱਕ ਰਹੇ ਨੇ। ਦੀ ਲੇਕਸ ਇਨ ਵਿਚ ਰੇਨ ਵਾਟਰ ਯੂਜ਼ ਟੂ ਕਲੈਕਟ ਆਰ ਨੋ ਲੋਂਗਰ ਦੇਅਰ, ਮਤਲਬ ਪਹਿਲਾ ਸਮੇਂ ਇਹ ਸੀ ਕਿ ਜਿਹੜੇ ਲੇਕ ਬਣੀਆਂ ਹੋਈਆਂ ਸੀ, ਜਾਂ ਮਤਲਬ ਟੰਕਾਸ ਬਣੇ ਹੁੰਦੇ ਸੀ ਲੋਕਾਂ ਦੇ ਘਰਾਂ ਵਿੱਚ, ਉਹਨਾਂ ਵਿੱਚੋਂ ਰੇਨ ਦਾ ਵਾਟਰ ਪਾਣੀ ਇਕੱਠਾ ਕਰ ਲੈਂਦੇ ਸੀ। ਅਤੇ ਬਟ ਅੱਜ ਕੱਲ੍ਹ ਇਹ ਸਾਰੇ ਸਿਸਟਮ ਜਿਹੜੇ ਆ ਬਿਲਕੁਲ ਬੰਦ ਹੋ ਗਏ ਆ, ਇਸ ਕਰਕੇ ਜਿਹੜੇ ਖੂਹ ਆ ਸੁੱਕ ਰਹੇ ਨੇ। ਅਤੇ ਜਿਹੜੀ ਸੋਇਲ ਅਰਾਊਂਡ ਟਰੀਜ਼ ਐਂਡ ਪਾਰਕ ਇਜ਼ ਨਾਓ ਕਵਰਡ ਵਿਦ ਸੀਮਟ, ਮਤਲਬ ਕੋਈ ਵੀ ਹੁਣ ਟਰੀ ਲੱਗਾ ਹੁੰਦਾ, ਟਰੀ ਦੇ ਆਲੇ ਦੁਆਲੇ ਜਿਹੜੀ ਜਗ੍ਹਾ ਹੁੰਦੀ ਸੀ ਪਹਿਲਾਂ ਕੀ ਹੁੰਦੀ ਸੀ, ਸਾਰੀ ਮਿੱਟੀ ਵਿੱਚ, ਮਤਲਬ ਮਿੱਟੀ ਵਿੱਚ ਟਰੀ ਹੁੰਦਾ ਸੀ, ਬਟ ਅੱਜ ਕੱਲ੍ਹ ਕੀ ਕਰ ਦਿੱਤਾ ਕਿ ਉੱਥੇ ਸੀਮਟ ਨਾਲ ਪੂਰੀ ਫਿਲਅਪ ਕਰ ਦਿੱਤਾ ਗਿਆ, ਥੜੇ ਬਣਾ ਦਿੱਤੇ ਗਏ ਆ। ਅਤੇ ਇਹ ਇੱਕ ਰੀਜ਼ਨ ਆ ਕਿ ਜਿਹਦੇ ਕਰਕੇ ਜਿਹੜਾ ਆਪਣੇ ਖੂਹ ਆ ਸੁੱਕ ਰਿਹਾ, ਕਿਉਂਕਿ ਧਰਤੀ ਤੱਕ ਪਾਣੀ ਨਹੀਂ ਪਹੁੰਚ ਰਿਹਾ ਗਰਾਊਂਡ 'ਚ। ਥਰੂ ਦੀ ਆਈਜ਼ ਆਫ ਅਲਬਰੂਨੀ, ਮਤਲਬ ਕੁਝ ਸਾਲ ਪਹਿਲਾਂ ਇੱਕ ਟਰੈਵਲਰ ਸੀ ਅਲਬਰੂਨੀ, ਜੋ ਕਿ ਇੰਡੀਆ ਵਿੱਚ ਆਏ ਸੀ, ਅਤੇ ਉਹਨਾਂ ਨੇ ਇੰਡੀਆ ਬਾਰੇ, ਮਤਲਬ ਉਜ਼ਬੇਕਿਸਤਾਨ ਤੋਂ ਆਏ ਸੀ, ਅਤੇ ਉਹਨਾਂ ਨੇ ਮਤਲਬ ਇੰਡੀਆ ਦੇ ਬਾਰੇ ਕੁਝ ਥੋੜ੍ਹਾ ਜਿਹਾ ਇੰਪੋਰਟੈਂਟ ਚੀਜ਼ ਲਿਖੀ ਸੀ। ਉਹ ਕਹਿੰਦੇ ਆ ਕਿ ਜਦੋਂ ਮੈਂ ਇੱਥੋਂ ਦੀਆਂ ਨਦੀਆਂ, ਲੇਕਸ, ਮਤਲਬ ਅਤੇ ਸਾਰਾ ਦੇਖਿਆ, ਠੀਕ ਆ, ਵਾਟਰ ਸੋਰਸ ਜਿੱਥੇ ਜਿੱਥੇ ਹੈਗੇ ਸੀ, ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਇੱਥੋਂ ਦੇ ਲੋਕ ਜਿਹੜੇ ਬਹੁਤ ਸਕਿਲਡ ਆ, ਮਤਲਬ ਕਿ ਉਹਨਾਂ ਨੇ ਆਪਦੇ ਪੌਂਡਸ, ਜਿਹੜੀਆਂ ਆਪਦੀਆਂ ਝੀਲਾਂ ਨੇ, ਆਪਦੇ ਲੇਕਸ ਨੇ, ਉਹਨਾਂ ਨੂੰ ਇੰਨਾ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਆ ਕਿ ਉਹਨਾਂ ਦੇ ਆਲੇ ਦੁਆਲੇ ਬਹੁਤ ਸਾਰੇ ਤਰੀਕੇ ਨਾਲ ਡੈਕੋਰੇਸ਼ਨ ਕੀਤੀ ਹੋਈ ਆ। ਉਹਨੂੰ ਇਹ ਚੀਜ਼ ਬਹੁਤ ਪਸੰਦ ਲੱਗੀ ਸੀ। ਐਕਸਪੈਰੀਮੈਂਟ ਵਿਦ ਵਾਟਰ, ਆਲ ਓਕੇਨਸ ਐਂਡ ਸੀਜ਼ ਹੈਵ ਸਾਲਟੀ ਵਾਟਰ, ਮਤਲਬ ਓਕੇਨ ਜਿਹੜੇ ਮਤਲਬ ਸਮੁੰਦਰ ਆ, ਉਹਨਾਂ ਵਿੱਚ ਕੀ ਹੁੰਦਾ ਆ, ਸਾਲਟੀ ਵਾਟਰ, ਮਤਲਬ ਪਾਣੀ ਜਿਹੜਾ ਹੁੰਦਾ ਆ ਲੂਣਾ ਹੁੰਦਾ ਆ। ਅਤੇ ਸਭ ਤੋਂ ਜ਼ਿਆਦਾ ਕੀ ਕਹਿੰਦੇ ਸਾਲਟੀ ਵਾਟਰ, ਮਤਲਬ ਸਭ ਤੋਂ ਜ਼ਿਆਦਾ ਜਿੱਥੇ ਸਾਲਟ ਪਾਇਆ ਜਾਂਦਾ ਪਾਣੀ ਵਿੱਚ, ਡੈਡ ਸੀ ਆ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ 1 ਲੀਟਰ ਪਾਣੀ ਵਿੱਚ ਕਿਨਾਂ ਦੇ 300 ਗ੍ਰਾਮ ਤੋਂ ਵੀ ਜ਼ਿਆਦਾ ਲੂਣ ਹੁੰਦਾ ਆ, ਅਤੇ ਜਿਹਦੇ ਕਰਕੇ ਕੋਈ ਵੀ ਆਦਮੀ ਇਹਦੇ ਵਿੱਚ ਜਾਏਗਾ ਤਾਂ ਉਹਦੀ ਡੈਥ ਹੋ ਜਾਏਗੀ, ਉਹ ਮਰ ਜਾਏਗਾ। ਇਸ ਕਰਕੇ ਇਹਨੂੰ ਡੈਡ ਸੀ ਵੀ ਕਿਹਾ ਜਾਂਦਾ ਆ, ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਸਾਲਟ ਹੁੰਦਾ ਆ, ਅਤੇ ਇਸ ਕਰਕੇ ਇਹਦੀ ਜਿਹੜੀ ਡੈਂਸਿਟੀ ਹੈ ਉਹ ਜ਼ਿਆਦਾ ਹੁੰਦੀ ਆ। ਅਤੇ ਜਦੋਂ ਕਿਨਾਂ ਦੇ ਕੋਈ ਪਰਸਨ ਇਸ ਪਾਣੀ ਵਿੱਚ ਜਾਂਦਾ ਤਾਂ ਉਹ ਪਰਸਨ ਕਿਨਾਂ ਦੇ ਮਤਲਬ ਪਾਣੀ ਦੇ ਉੱਪਰ ਤੈਰਨ ਲੱਗ ਜਾਂਦਾ ਆ।
ਹੁਣ ਡਾਂਡੀ ਮਾਰਚ ਬਾਰੇ ਪੁੱਛ ਲੈਂਦੇ कि ਡਾਂਡੀ ਮਾਰਚ ਜਿਹੜਾ ਕਿੰਨੇ ਸਟਾਰਟ ਕੀਤਾ ਸੀ। ਉਹ ਆਪਣੇ ਸਾਰਿਆਂ ਨੂੰ ਪਤਾ ਹੈ कि ਗਾਂਧੀ ਜੀ ਨੇ ਡਾਂਡੀ ਮਾਰਚ ਜਿਹੜਾ ਸੀ ਸਟਾਰਟ ਕੀਤਾ ਸੀ। ਇਹ ਥੋੜੀ ਇਨਫੋਰਮੇਸ਼ਨ ਆ, ਤੁਸੀਂ ਪੜ੍ਹ ਲਿਓ। ਹੁਣ ਇੰਡੀਆ ਦੇ ਮੈਪ ਦੇ मतलब ਇੱਕ ਨਾ ਇੱਕ ਕੁਐਸਚਨ ਜ਼ਰੂਰ ਬਣ ਜਾਂਦਾ ਆ, ਤੇ ਪਲੀਜ਼ ਕੋਸ਼ਿਸ਼ ਕਰਿਓ कि ਤੁਸੀਂ पढ़ के जाए कि कित्थे केड़ी जगह है। जे बे ऑफ बंगाल पुछ लैन तो इधरली साइड है, सारा पढ़ के जाओ। प्रोसैस स्किल्स इन EVS, वो कहते कि जी प्रोसैस स्किल्स ने EVS उन केड़ियां ने। बाय यूजिंग दीज स्किल्स स्टूडेंट्स कैन गैदर इंफॉर्मेशन, टेस्ट देयर आइडियाज़ एंड कंस्ट्रक्ट साइंटिफिक एक्सप्लेनेशन ऑन दी वर्ड ऑफ दी वर्ड। मतलब वो कहते पे जी एक बच्चे में जो स्किल्स होंदियां ने, कला होंदियां ने, कौशल्स होंदे ने, उन्हां नाल ही वो बच्चे अपनी बहुत सारी इन्फॉर्मेशन इकट्ठी करते हैं। क्योंकि हर एक बच्चे में वक्री वक्री स्किल होंदी है कि जो वो अपनी स्किल यूज़ करेगा तो वो इन्फॉर्मेशन इकट्ठियां करेगा, वो आपके आइडियाज़ नूं मतलब टेस्ट करके देखेगा। हुण जिहड़ा बच्चा क्रिएटिव होएगा वो कोशिश करेगा कि जो मैं इन्फॉर्मेशन लई उन्होंने रियल लाइफ च मतलब करके देखा। प्रोसैस स्किल्स इन EVS सब तो पहले हैगी ऑब्जर्विंग, मतलब ऑब्जर्व करके देखना, अवलोकन करना। क्लासीफाई करनी मतलब वंडना, वर्गीकरण कर देना जिन्हों। मेजरिंग मतलब मापना। कम्यूनीकेटिंग मतलब गलबात करना। इनफरिंग मतलब कि छिट्टा कढ़ना। प्रडिक्टिंग मतलब कि अनुमान लगाना, कि गैस कर लेना कि की होवेगा की नहीं। ये सारे की कहते प्रोसैस स्किल्स ने EVS दे। सब तो पहले जी ऑब्जर्व की गल करते हैं तो आपको पता है कि जो भी बच्चा निक्का होंदा है वो बहुत ज़्यादा ऑब्जर्व हर चीज़ में ऑब्जर्व करता है कि उनके आस पास मम्मी पापा की कर रहे हैं, टीचर्स की कर रहे हैं, सब कुछ ऑब्जर्व करता है। मतलब बच्चे को कहना है, एक एग्जाम्पल दे के कि उन्होंने लर्न करवाना है कि जे तुसी कई बार कि कोई जे ब्लाइंड आ तो मतलब कि उन्होंने नहीं देखता तो वो मतलब कोई भी चीज़ ऑब्जर्व किवें करेगा। सेंस ऑफ टच मतलब कि उन्होंने टच कर करके बच्चे को दसना चाहिए। तुसी कोशिश कर सकते हो कि बच्चे दी अखां ते पट्टी बन के उन्होंने दसो कि चलो हुण तुसी मैनूं किन्ना दे लभ के दिखाओ, तो वो तुहानूं टच करेगा सेंस नाल। बहुत सारे होंगे कि खिडौने रखते हैं, तुहाडा जिहड़ा फेवरेट खिडौना है जिवें कार इहदे विचों लभ के दिखाए तो वो सेंस नहीं मतलब टच करके लभेगा। क्लासीफाई करना मतलब कि बच्चे नूं कोई भी एक चीज़ दो चीज़ां दे देनियां, उन्हां विच उन्होंने कहना कि क्लासीफाई करो कि किहड़ी किवें आ। जिवें कि उन्होंने पानी दे दो तो रेत दे दो, उन्हें दसो कि किहड़ी तरल आ ते किहड़ी मतलब ठोस आ। जिवें मैगनेट दी दित्ती होई है, मैगनेट दस पुछो बच्चे नूं मैगनेट किहड़ा है ते नॉन मैगनेट किहड़ा है। मेजरिंग मतलब बच्चे नूं मेजरिंग लर्न करनी सिखाओ, मतलब कि किवें कोई चीज़ नूं मनना। क्योंकि शुरू तो ही बच्चा कि मीटर किलोमीटर वाली चीज़ां नहीं करता, ना ही उन्होंने पता होंदा कि कोई गड्डी कितना सफ़र तय कर रही है, धरती तो लैके चन्न तक की दूरी कितनी है, कुछ नहीं पता होंदा। इस करके छोटिया छोटिया चीज़ों तो आपको शुरुआत करनी चाहिए। जिवें बच्चे नूं कहो कि तेरा टॉय मतलब ट्रक आ वो तुसीं कितना कित्थों तक तुर सकदा है, अपने पैरां नाल मेन के दसो, तो बच्चे स्टैप चल के तुहानूं दसेगा। जां कहो कि अपने हत्थ नाल मेन के दसो किन्ना गांह तक तुहाडी जिहड़ी आ ट्रक आ तुरिया आ। कम्यूनीकेटिंग मतलब गलबात करना, ठीक है। कि कोई भी प्रॉब्लम हो जाती है क्लास में तो बच्चों को कहना चाहिए है कि तुसी एक दूजे नूं कि नांदे डिस्कस करो, एक दूजे नाल प्रॉब्लम शेयर करो, तो जिहड़ी भी प्रॉब्लम होंदा सल्यूशन लभो। इनफरिंग च बच्चों को कहो कि तुसी कोई भी चीज़ है उन्होंने मतलब जो भी तुसी फाइंड किया इन्वेस्टिगेट किया जो भी तुसी है ना, तो उनका जो भी तुहानूं पता लगा शिट्टा जो भी तुसी कड्ढिया उन्होंने राइट करो, देखो कि सही है कि नहीं। दी लर्नर्स विल राइट अ कनक्लूजन एट द एंड ऑफ ईच इन्वेस्टिगेशन, मतलब हर एक इन्वेस्टिगेशन करने तो बाद उनका जिहड़ा कनक्लूजन आ उन्होंने राइट जरूर करो। प्रिडिक्टिंग मतलब अनुमान लगाना, गैस करना। कि मतलब बच्चे को कहो कि प्रिडिक्ट करने लई कहो कि कुछ वखरा डिफरेंट सोचने लई कहो। द ऑब्जर्व द लर्नर विल प्रिडिक्ट वट इज़ बॉक्स बेस्ड ऑन ऑब्जर्वेशन यूजिंग द सेंस ऑफ टच, मतलब एक बॉक्स दो बच्चे वो टच करके उन्होंने को मतलब प्रिडिक्ट कर कि ये की चीज़ है, ये अनुमान लगा। वो कहेगा ये स्केयर वर्ग दा बॉक्स आ, रिटैंगुलर शेप का है, मतलब कुछ ना कुछ कहेगा, वो प्रिडिक्ट करेगा। हुण अगे थोड़े जे आपां पहली चैप्टर मतलब पहली वीडियो च आपां कीता सी थोड़ा रिवाइज कर लीए थीम्स ऑफ EVS। ये मैं तुहानूं तां वार वार रिवाइज करा रही है क्योंकि तुहाडी जिहड़ी ये चीज़ां पक्कियां हो जान।
थीम ऑफ EVS आप पढ़े ही कि 6 थीम ने अपनी EVS विच। सब तो पहला है फैमिली एंड फ्रेंड्स, सैकेंड फूड, वाटर, शैल्टर, ट्रैवल, थिंग्स वी मेक एंड डू, मतलब चीज़ां जो आप बनाने ते करते हैं। एक बार पिक्चर अहीं भी देख लो, फैमिली, फूड, वाटर, शैल्टर, ट्रैवल ते थिंग्स जो भी आप काम कार करते हैं वो सारिया चीज़ां। हुण सब थीम ऑफ EVS सब तो किन्ना दे दो फैमिली ते फ्रेंड्स के जिहड़े सब थीम्स ने वो गए रिलेशनशिप, वर्क एंड प्ले, एनीमल्स ते प्लांट्स। फूड दे मतलब सब थीम्स ने टेस्टिंग, डिगस्टिंग, कुकिंग, प्रोसेसिंग टेक्निक्स, फार्मर्स एंड हंगर। हुण चलो आप एक क्वेश्चन सॉल्व कर लीए। विच वन ऑफ द फॉलोइंग इज़ नॉट वन ऑफ 6 ब्रॉड थीम ऑफ EVS इन द प्रेजेंट सिलेबस। मतलब वो कहते हैं कि EVS का जो प्रेजेंट सिलेबस आ उहदे विच 6 बोर्ड थीम, मतलब सब तो जो वड्डे थीम आ इन्हां चारां विचों किहड़ा नहीं है। शैल्टर ये भी हैगा आ कि कहते थिंग्स वी मेक एंड डू ते वर्क एंड प्ले एंड फूड। हुण तुहानूं पता लग ही रहा कि आप 6 थीम्स मतलब कीते सी, उन्हां विच वर्क एंड प्ले जिहड़ा थीम आ वो बिल्कुल नहीं हैगा सी, वो कि सब थीम सी फैमिली ते फ्रेंड का। इस करके इनका आंसर होएगा C। हाँ जी, हुण आपां अगे क्वेश्चन डिस्कस करांगे। इन EVS थीम्स हैव बीन प्रपोज्ड इन सेट ऑफ टॉपिक्स इन दी सिलेबस वाई। मतलब कि वो कहते पे कि जिहड़े EVS का सिलेबस आ उहदे विच टॉपिक्स नूं जिहड़े थीम्स विच क्यों मतलब वंडिया गया है। टू एनहांस द इन्वायरमेंट कंप्रीहेंशन ऑफ द लर्नर्स। वो कहते कि जिहड़ा कि बच्चों की इन्वायरमेंट नाल जो भी समझ वधाउण वास्ते किया गया है। फॉर डिवेलपिंग कनैक्टड एंड इंटरलेटेड अंडरस्टैंडिंग ऑफ इशूज़ फॉर द लर्नर लोकल इन्वायरमेंट। वो कहते कि जिहड़ा बच्चों का मतलब उत्थों के लोकल इन्वायरमेंट आ, स्थान का जिथे रहिंदे पे आ उत्थों का इन्वायरमेंट के उन्होंने मतलब जिहड़े इशूज़ ने, मुद्दे ने, मतलब जो भी उत्थों दी प्रॉब्लम्स ने उन्होंने लर्न करवाने वास्ते, अंडरस्टैंडिंग करने वास्ते, ठीक है, कि उन्होंने मतलब डिवेलप करने वास्ते, उन्होंने कनैक्ट करने वास्ते। थीम्स बेस्ड EVS ट्रांसलेशन इज़ ईजी हैज़ कंपेयर टू टॉपिक्स। मतलब वो कहते कि टॉपिक नालों थीम्स नूं पढ़ाना बहुत सौखा आ। फॉर रिड्यूसिंग चैप्टर्स इन EVS के चैप्टर रिड्यूस करने वास्ते सब तो पहला पैडागोजी के जो भी क्वेश्चन आते हैं उन्होंने कोई भी काम सिलेबस रिड्यूस, चैप्टर रिड्यूस करने वास्ते नहीं किया जाता है, ठीक है। तो ना ही कि कोई भी चीज़ नूं पढ़ाना सौखा नहीं है, हर चीज़ नूं पढ़ाना सौखा होंदा, बस उनके वक्रे वक्रे तरीके होंदे आ। फिर D ऑप्शन भी नहीं बिल्कुल सही होएगी, C भी नहीं होएगी, B ऑप्शन इहदी सही होएगी क्योंकि फॉर डिवेलपिंग कनैक्टड एंड इंटरलेटेड अंडरस्टैंडिंग ऑफ इशूज़ ऑफ द लर्नर लोकल इन्वायरमेंट। बच्चों नूं जित्थों दे स्थानीय इन्वायरमेंट मतलब जित्थों का लोकल उन्होंने इन्वायरमेंट उहदे नाल जोड़ना, उहदे नूं कनैक्ट करना, इंटरलेट करना ते उन्होंने डिवेलप करने वास्ते ये चीज़ बिल्कुल सही मनी जाती है। तां करके EVS नूं थीम्स विच वंडिया गया। फ्यू पैथोलॉजिकल पॉइंट्स, मतलब कुछ पॉइंट जिहड़े तुसीं पेपर विच ध्यान रखने आ। एन अटैम्प्ट हैज़ बीन मेड बाय NCERT टू डिवेलप अ डीप एंड इंटरलेटेड अंडरस्टैंडिंग ऑफ ईच थीम। मतलब कि जी NCERT ने वो थीम तां बनाया कि बच्चे उन्होंने चंगी तरह डीपली स्टडी कर सकन तो उन्होंने मतलब चंगी तरीके अंडरस्टैंड कर लैन हर एक थीम। ईच थीम बिंग्स विद की क्वेश्चनस इन लैंगुएज सूटेबल फॉर चिल्ड्रन। मतलब कि जोड़े की क्वेश्चनस ने बच्चों उस तरीके स्टार्ट कराने चाहिए कि उन्होंने जी लैंगुएज उन्होंने बिल्कुल सूट करे, मतलब समझ योग हो। One also needed to tackle the difference of gender, class, culture, religion, language, geographical location, ठीक है। और कहते पे आ कि जो भी बच्चों को ये टैकल करने वास्ते मतलब कि ये बच्चों को कि कहते ये थीम्स तां बनाए गए कि जोड़े बच्चों में जेंडर डिफरेंस है गया कि मतलब वो कह देंगे आ कि कुड़ी नूं मैथ नहीं आता, मुंडे नूं मैथ आता, जां कुड़ी नूं नहीं पढ़ाना चाहिए, मुंडे नूं पढ़ाना चाहिए है, जां कोई भी होर कल्चर जो भी सारे कुछ है उन्होंने दूर करने वास्ते ये चीज़ां शुरू की गई हैं। Evaluation of course should be a continuous process and the child should be assessed as he observes, ask, draw, discuss in a group। मतलब कहते कि जी एवैल्यूएशन मूल्यांकन करना है बच्चे का
ਉਹ ਕੀ ਕਹਿੰਦੇ ਕੰਟੀਨਿਊ ਪ੍ਰੋਸੈਸ ਆ, ਮਤਲਬ ਕਿ ਲਗਾਤਾਰ ਕਰਦੇ ਰਹਿਣਾ ਚਾਹੀਦਾ ਕਿ ਬੱਚੇ ਨੂੰ ਹਰ ਇੱਕ ਚੀਜ਼ ਵੱਲ ਧਿਆਨ ਦੇਣਾ ਚਾਹੀਦਾ। ਇਹ ਕਿਵੇਂ ਅਸੈਸ ਕਰਨਾ ਚਾਹੀਦਾ, ਬੱਚੇ ਨੂੰ ਅਬਜ਼ਰਵ ਕਰੋ ਕਿ ਉਹ ਕਿਹੋ ਜਿਹੇ ਕੰਮ ਕਰ ਰਿਹਾ, ਕੀ ਟਾਸਕ ਜੋ ਵੀ ਮਿਲ ਰਹੇ ਉਹ ਸਾਰੇ ਕਰ ਰਿਹਾ, ਉਹਨੂੰ ਡਰਾਅ ਕਰਨ ਲਈ ਕੁਝ ਕਹੋ, ਠੀਕ ਆ, ਗਰੁੱਪਸ ਵਿੱਚ ਡਿਸਕਸ਼ਨ ਕਰਨ ਲਈ ਕਹੋ, ਇਹ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਮੈਪ ਐਂਡ ਡਾਇਰੈਕਸ਼ਨ, ਹੁਣ ਮੈਪ ਐਂਡ ਡਾਇਰੈਕਸ਼ਨ 'ਤੇ ਇੱਕ ਕੁਐਸਚਨ ਜ਼ਰੂਰ ਬਣ ਜਾਂਦਾ, ਜਿਵੇਂ ਉਹ ਤੁਹਾਨੂੰ ਪੁੱਛ ਲੈਂਦੇ ਕਿ ਜਿਹੜਾ ਮੈਪ ਵਿੱਚ ਰਾਜਸਥਾਨ ਕਿੱਥੇ ਆ, ਠੀਕ ਆ, ਕੇਰਲਾ ਕਿੱਥੇ ਆ, ਮਹਾਰਾਸ਼ਟਰ ਕਿੱਥੇ, ਇਹ ਸਾਰੀਆਂ ਚੀਜ਼ਾਂ ਪੁੱਛ ਲੈਂਦੇ ਆ। ਅਸਾਮ ਕਿਹੜੀ ਸਾਈਡ ਆ, ਇਹ ਪੁੱਛ ਲੈਂਦੇ ਆ, ਠੀਕ ਆ, ਨੇਪਾਲ ਕਿੱਥੇ ਆ, ਬੇ ਆਫ ਬੰਗਾਲ ਕਿੱਥੇ ਆ, ਇਹ ਸਾਰਾ ਕੁਝ ਪੁੱਛ ਲੈਂਦੇ ਆ। ਇਹ ਸਾਰਾ ਤੁਸੀਂ ਚੀਜ਼ਾਂ ਇੱਕ ਵਾਰੀ ਪ੍ਰੋਪਰ ਮੈਪ ਨੂੰ ਸਟੱਡੀ ਕਰਕੇ ਜਾਣਾ ਹੈ ਕਿ ਜਿਵੇਂ ਉਹ ਕਹਿੰਦੇ ਪਏ ਗੁਜਰਾਤ ਤੋਂ ਤੁਸੀਂ ਕੇਰਲਾ ਜਾਣਾ ਹੈ ਅਤੇ ਕਿਹੜੇ ਕਿਹੜੇ ਸਟੇਟਸ ਪਾਰ ਕਰਕੇ ਜਾਓਗੇ, ਜਿਵੇਂ ਮਹਾਰਾਸ਼ਟਰ, ਕਰਨਾਟਕਾ। NCF recommendation, NCF 2005 recommended that children life at school must be linked to their life outside the school। ਮਤਲਬ ਉਹ ਕਹਿੰਦੇ ਪਏ ਆ ਕਿ ਜਿਹੜੀ NCERT ਨੇ ਕਿਹਾ ਹੋਇਆ, NCF ਨੇ ਕਿਹਾ ਹੋਇਆ ਆ ਕਿ ਜਿਹੜੇ ਬੱਚੇ ਆ ਉਹਨਾਂ ਦੀ ਪੜ੍ਹਾਈ, ਮਤਲਬ ਉਹਨਾਂ ਦੀ ਜੋ ਵੀ ਲਾਈਫ ਆ ਉਹਨੂੰ ਕੀ ਕਹਿੰਦੇ, ਉਹਨਾਂ ਦੀ ਸਕੂਲ ਵਿੱਚ ਜੋ ਵੀ ਲਾਈਫ ਆ ਉਹਨੂੰ ਬਾਹਰਲੇ ਆਊਟਸਾਈਡ ਦੀ ਸਕੂਲ, ਮਤਲਬ ਇਨਵਾਇਰਮੈਂਟ ਨਾਲ ਜੋੜ ਕੇ ਪੜ੍ਹਾਉਣਾ ਚਾਹੀਦਾ ਹੈ। ਜੋ ਵੀ ਕੰਮ ਕਰਾਉਂਦੇ ਪਏ ਉਹਨੂੰ ਦੱਸੋ ਕਿ ਬਾਹਰ ਕਿਆ ਆਪਾਂ ਬਹੁਤ ਜਲਦ ਇੱਕ ਮਤਲਬ NCERT ਦੇ ਜੋ ਵੀ ਪੈਟਾਗੋਜੀਕਲ ਫੈਕਟਸ ਹੈਗੇ ਆ, ਮਤਲਬ ਜਿਹਦੇ ਬੇਸ 'ਤੇ ਪੈਟਾਗੋਜੀ ਬਣਾਈ ਗਿਆ, ਉਹ ਸਾਰੇ ਆਪਾਂ ਪੜ੍ਹਾਂਗੇ ਇੱਕ ਵੀਡੀਓ ਵਿੱਚ। ਅਤੇ ਇਹ ਕੀ ਕਹਿੰਦੇ ਬੱਚਿਆਂ ਵਿੱਚ ਜਿਹੜਾ ਗੈਪ ਬਿਟਵੀਨ ਉਹਨਾਂ ਬੱਚਿਆਂ ਵਿੱਚ ਜਿਹੜਾ ਗੈਪ ਹੁੰਦਾ ਹੈ ਉਹਨੂੰ ਖਤਮ ਕਰਦੇ ਆ, ਹੋਮ ਟੂ ਕਮਿਊਨਿਟੀ। ਮਤਲਬ ਕਿ ਅੱਜ ਕੱਲ੍ਹ ਦੇਖਦੇ ਨੇ ਬੱਚੇ ਸੋਚਦੇ ਪਏ ਆ ਕਿ ਸਕੂਲ ਵਿੱਚ ਸਿਰਫ ਵਧੀਆ ਕਾਸਟ ਵਾਲੇ ਪੜ੍ਹ ਸਕਦੇ ਆ, ਮਤਲਬ ਕਾਸਟਾਂ ਕੋਈ ਵੀ ਮਾੜੀਆਂ ਨਹੀਂ ਹੁੰਦੀਆਂ, ਮਤਲਬ ਇਹਦੇ 'ਤੇ ਡਿਬੇਟ ਹੀ ਨਹੀਂ ਕਰਨਾ ਪਸੰਦ ਕਰਦੇ। ਫਿਰ ਵੀ ਬੱਚਿਆਂ ਵਿੱਚ ਜੋ ਵੀ ਥੋੜ੍ਹਾ ਭੇਦਭਾਵ ਆ ਉਹਨੂੰ ਆਪਾਂ ਖਤਮ ਕਰ ਦੇਣਾ। ਇਟ ਡਿਸਕਸ ਦੀ ਬੁੱਕਿਸ਼ ਔਰ ਰੂਟ ਲਰਨਿੰਗ। NCERT ਕਦੀ ਵੀ ਬੱਚਿਆਂ ਨੂੰ ਰੂਟ ਲਰਨਿੰਗ ਕਰਨ ਲਈ ਨਹੀਂ ਕਹੇਗਾ, ਮਤਲਬ ਰੱਟਾਫਿਕੇਸ਼ਨ ਲਾਉਣ ਲਈ ਨਹੀਂ ਕਹੇਗਾ। ਉਹ ਡਿਸਕਰਜ ਕਰਦਾ ਪਿਆ ਆ, ਉਹ ਕਹਿੰਦੇ ਪਏ ਕਿ ਬੱਚਿਆਂ ਨੂੰ ਉਹਨਾਂ ਦੇ ਇਨਵਾਇਰਮੈਂਟ ਵਿੱਚ ਜੋੜ ਕੇ ਪੜ੍ਹਾਉਣਾ ਚਾਹੀਦਾ ਆ। ਇਹ 3-4 ਚੀਜ਼ਾਂ ਤੁਸੀਂ ਧਿਆਨ ਰੱਖਣੀਆਂ ਜਿੱਥੇ ਵੀ ਤੁਹਾਨੂੰ ਕੁਐਸਚਨ ਵਿੱਚ ਕੰਸੈਪਟ, ਠੀਕ ਆ, ਡੈਫੀਨੇਸ਼ਨਸ, ਰੂਟ ਮੈਮਰੀ ਜਾਂ ਰਿਡਿਊਸ ਲੇਵਲਸ ਦੀ ਗੱਲ ਕੀਤੀ ਜਾਵੇ ਤਾਂ ਉਹ ਕੁਐਸਚਨ ਦਾ ਆਨਸਰ ਬਿਲਕੁਲ ਨਹੀਂ ਹੈਗਾ, ਇਹਨੂੰ ਨਿਗਲੈਕਟ ਕਰਿਓ। ਟੈਕਸਟ ਬੁੱਕ ਡਿਵੈਲਪ ਔਨ ਦਿਸ ਬੇਸਿਸ ਅਟੈਂਪਟ ਟੂ ਇਲੈਪਟ ਦੀ ਆਈਡੀਆ ਆਫ ਡਿਸਕਸ ਰੂਟ ਲਰਨਿੰਗ। ਮਤਲਬ ਕਿ ਟੈਕਸਟ ਬੁੱਕ ਆ ਜਿਹੜੀ, ਇਹਨਾਂ ਮਤਲਬ ਇਹ ਨਹੀਂ ਆ ਕਿ ਤੁਸੀਂ ਸੋਚਿਆ ਕਿ ਜਿਹੜੀ ਟੈਕਸਟ ਬੁੱਕਾਂ ਹੁੰਦੀ ਤਾਂ ਆਪਾਂ ਸਿਰਫ ਰੂਟ ਲਰਨਿੰਗ ਕਰਦੇ ਹਾਂ, ਨਹੀਂ, ਉਹ ਇੱਕ ਮਤਲਬ ਤਰੀਕਾ ਆ ਬੱਚੇ ਨੂੰ ਗਾਈਡ ਕਰਨ ਦਾ ਕਿ ਤੂੰ ਅੱਗੇ ਕਿਵੇਂ ਪੜ੍ਹਨਾ ਆ। ਅਤੇ ਜਿਹੜੀ ਆਪਣੀ ਕੀ ਕਹਿੰਦੇ ਹੋਣ ਵਾਲੀ ਸਟੱਡੀ ਉਹ ਚਾਈਲਡ ਸੈਂਟਰ ਸਟੱਡੀ ਆ। ਅਤੇ ਇਹ ਕਿਹਨੇ ਕਿਹਾ ਸੀ, ਇਹ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ NPE 1986 ਵਿੱਚ ਲਿਖਿਆ ਗਿਆ ਕਿ ਜਿਹੜੀ ਹੋਣ ਵਾਲੀ ਐਜੂਕੇਸ਼ਨ ਮਤਲਬ ਬੱਚਿਆਂ ਦੀ ਐਜੂਕੇਸ਼ਨ ਆ ਇਹ ਚਾਈਲਡ ਸੈਂਟਰਡ ਹੋਣੀ ਚਾਹੀਦੀ ਹੈ। ਵਿਚ ਵਨ ਆਫ ਦੀ ਫੋਲੋਇੰਗ ਡਜ਼ ਦੀ ਨੈਸ਼ਨਲ ਕਰਿਕੂਲਮ ਫਰੇਮਵਰਕ ਨਾਟ ਪ੍ਰਪੋਜ਼ਸ ਇਨ ਦੀ ਕੰਟੈਕਟ ਆਫ EVS ਲੈਂਗੁਏਜ। ਮਤਲਬ ਕਹਿੰਦੇ ਆ ਕਿ ਇਹਦੇ ਵਿੱਚੋਂ NCF 2005 ਦੇ ਅਕੋਰਡਿੰਗ ਕਿ ਕਿਹੜੀ ਚੀਜ਼ ਹੈ ਜਿਹੜੀ EVS ਵਿੱਚ ਨਹੀਂ ਹੋਣੀ ਚਾਹੀਦੀ ਸੀ। ਹੈਂਡਸ ਔਨ ਐਕਟੀਵਿਟੀਜ਼ ਇਹ ਤਾਂ ਹੋਣੀਆਂ ਚਾਹੀਦੀਆਂ ਕਿ ਬੱਚਿਆਂ ਨੂੰ ਉਹ EVS ਜੋ ਵੀ ਕੰਮ ਕਰਨਾ ਉਹ ਕਹਿਣਾ ਖੁਦ ਹੱਥਾਂ ਨਾਲ ਕਰਨ ਲਈ ਕਹਿਣਾ ਚਾਹੀਦਾ, ਇਹ ਚੀਜ਼ ਤਾਂ ਹੋਣੀ ਚਾਹੀਦੀ ਆ, ਇਹ ਫਿਰ ਗਲਤ ਨਹੀਂ ਹੋ ਸਕਦੀ। ਲਿੰਕੇਜ ਵਿਦ ਚਿਲਡਰਨ ਐਕਸਪੀਰੀਅੰਸ ਐਂਡ ਕੰਟੈਂਟ, ਮਤਲਬ ਜੋ ਵੀ ਬੱਚਿਆਂ ਦਾ ਅਨੁਭਵ ਐਕਸਪੀਰੀਅੰਸ ਆ ਉਹਨੂੰ ਕੀ ਕਹਿੰਦੇ ਇਹ, ਅਤੇ ਜੋ ਵੀ ਹੁੰਦਾ ਮਤਲਬ ਕੰਮ ਸਕੂਲ ਦਾ ਕੰਮ ਕੰਟੈਂਟ ਆ ਉਹਦੇ ਨਾਲ ਲਿੰਕ ਕਰਾਉਣਾ ਚਾਹੀਦਾ, ਇਹ ਵੀ ਬਿਲਕੁਲ ਗੱਲ ਸਹੀ ਆ। ਥਮੈਟਿਕ ਅਪਰੋਚ ਇਹ ਵੀ ਬਿਲਕੁਲ ਸਹੀ ਆ। ਫਿਮਲੈਰਿਟੀ ਵਿਦ ਟੈਕਨੀਕਲ ਟਰਮਸ, ਮਤਲਬ ਉਹ ਕਹਿੰਦੇ ਆ ਕਿ ਜਿੱਥੇ ਵੀ ਤੁਹਾਨੂੰ ਅੱਗੇ ਹੁਣੇ ਦੱਸ ਕੇ ਹਟੇ ਸੀ ਕਿ ਜਿੱਥੇ EVS ਵਿੱਚ ਟੈਕਨੀਕਲ ਚੀਜ਼ਾਂ ਦੀ ਗੱਲ ਕਰ ਦਿੱਤੀ ਜਾਵੇ, ਡੈਫੀਨੇਸ਼ਨਲ ਚੀਜ਼ਾਂ ਦੀ ਗੱਲ ਦਿੱਤੀ ਜਾਵੇ, ਉਹ ਕਹਿੰਦੇ ਕਿ ਜਿਹੜੀ ਟੈਕਨੀਕਲ ਸ਼ਬਦ ਆ ਉਹਨਾਂ ਨਾਲ ਬੱਚਿਆਂ ਨੂੰ ਪਰਿਚੈ ਕਰਾਉਣਾ ਚਾਹੀਦਾ। ਹੁਣ ਦੱਸੋ ਸਭ ਤੋਂ ਪਹਿਲਾਂ ਜੇ ਤੁਸੀਂ ਬੱਚਿਆਂ ਨੂੰ ਕੋਈ ਵੀ ਮੀਟਰ ਕਿਲੋਮੀਟਰ ਬਾਰੇ ਦੱਸ ਰਹੇ ਹੋ, ਤੁਸੀਂ ਸਿੱਧਾ ਉਹਨੂੰ ਮੀਟਰ ਕਿਲੋਮੀਟਰ ਨਾਲ ਨਹੀਂ ਦੱਸ ਦਿਓ ਕਿ ਇਹਨੂੰ 1000 ਨਾਲ ਮਲਟੀਪਲਾਈ ਕਰਨਾ ਆ ਜਾਂ 100 ਜੋ ਵੀ, ਇਹ ਕੁਝ ਨਹੀਂ ਦੱਸੋਗੇ, ਤੁਸੀਂ ਉਹਨੂੰ ਪਹਿਲਾਂ ਹੱਥ ਨਾਲ ਮਿਲਣਾ ਸਿਖਾਓਗੇ। ਮਤਲਬ ਟੈਕਨੀਕਲ ਚੀਜ਼ਾਂ ਦਾ ਆਪਾਂ ਇਸਤੇਮਾਲ ਨਹੀਂ ਕਰਨਾ, ਇਸ ਕਰਕੇ ਇਹਦਾ B ਆਨਸਰ ਆ। ਇੰਟੀਗ੍ਰੇਟਡ ਲਰਨਿੰਗ, ਜਿਹੜੇ ਮਤਲਬ ਅੱਜ ਕੱਲ੍ਹ ਜਿਹੜੀ ਵੀ ਸਟੱਡੀ ਆ ਉਹ ਸਾਰੀ ਅਰਾਊਂਡ ਇਨਵਾਇਰਮੈਂਟ ਵਿੱਚ ਕਰਾਈ ਜਾ ਰਹੀ ਆ। ਉਹਦੇ ਵਿੱਚ ਕੀ ਕੀਤਾ ਗਿਆ ਕਿ ਹਰ ਚੀਜ਼ ਨੂੰ ਇੰਟੀਗ੍ਰੇਟ ਕੀਤਾ ਗਿਆ, ਹਰ ਇੱਕ ਚੀਜ਼ ਨੂੰ ਨਾਲ ਜੋੜਿਆ ਗਿਆ। ਹੁਣ ਦੇਖੋਗੇ ਆਪਣੀ EVS ਆ, ਜੇ ਬੱਚੇ ਨੂੰ ਕਹਿਣਾ ਹੈ ਕਿ ਤੁਸੀਂ ਕਲਾਸ 'ਚ ਬੈਠੇ ਆ ਤਾਂ ਸਿਰਫ ਕਲਾਸ ਵਾਲੇ ਨਹੀਂ ਅਬਜ਼ਰਵ ਕਰਨਾ, ਇਨਵਾਇਰਮੈਂਟ 'ਚ ਆਲੇ ਦੁਆਲੇ 'ਚ ਕੀ ਹੋ ਰਿਹਾ ਉਹ ਵੀ ਅਬਜ਼ਰਵ ਕਰਨਾ ਹੈ। ਜਿਹੜੀ ਕੀ ਕਹਿੰਦੇ
EVS ਆ ਉਹਨੂੰ ਪਾਰਟ ਵਿੱਚ ਨਹੀਂ ਪੜ੍ਹਾਉਣਾ, ਮਤਲਬ ਵੱਖਰਾ ਵੱਖਰਾ ਕਰਕੇ ਨਹੀਂ ਪੜ੍ਹਾਉਣਾ, ਇਕੱਠੇ ਤਰੀਕੇ ਨਾਲ ਹੋਲ 'ਚ ਪੜ੍ਹਾਉਣਾ ਆ। Hence, EVS in classes 3rd and 5th integrates the concept and issues of science, social science and environment education। मतलब ਜਿਹੜੇ ਵੀ 3rd ਤੋਂ ਲੈ ਕੇ ਆਪਣੀ ਜਿਹੜੀ EVS ਦੀ ਬੁੱਕ ਆ ਕਿ 3rd ਤੋਂ ਲੈ ਕੇ 5th ਕਲਾਸ ਤੱਕ ਹੈਗੀ ਆ, ਇਹਦੇ ਵਿੱਚ ਸਾਰੇ ਕੰਸੈਪਟ ਅਤੇ ਸਾਇੰਸ ਦੇ ਇਸ਼ੂਜ਼ ਦੱਸੇ ਹੋਏ ਆ, ਸੋਸ਼ਲ ਸਾਇੰਸ ਦਾ ਮਤਲਬ ਕਿ 3-4 ਸਬਜੈਕਟਸ ਨੂੰ ਇਕੱਠਾ ਇੰਟੀਗ੍ਰੇਟ ਕੀਤਾ ਹੋਇਆ ਹੈ ਇੱਕ ਬੁੱਕ ਵਿੱਚ। EVS is not there in classes 1 and 2, but the issues and concept related to it are meant to be part of language and mathematics। ਉਹ ਕਹਿੰਦੇ ਕਿ ਭਲਾ EVS ਦੀ ਬੁੱਕ 1st and 2nd ਕਲਾਸ ਵਿੱਚ ਨਹੀਂ ਹੈਗੀ, ਫਿਰ ਵੀ EVS ਨੂੰ ਲੈਂਗੁਏਜ ਐਂਡ ਮੈਥ ਦੇ ਜ਼ਰੀਏ ਪੜ੍ਹਾਇਆ ਜਾਂਦਾ ਹੈ। ਕਿ ਜਿਵੇਂ ਦੇਖੋ ਲੈਂਗੁਏਜ ਮਤਲਬ ਪੰਜਾਬੀ ਦੀ ਗੱਲ ਕਰ ਲਈਏ, ਬੱਚਿਆਂ ਨੂੰ ਕੁਐਸਚਨ ਦਿੱਤੇ ਹੋਣ ਪੰਜਾਬੀ ਦੀ ਪੋਇਮਸ ਆ, ਉਹਦੇ ਵਿੱਚ ਦੱਸਿਆ ਹੁੰਦਾ ਆ ਕਿ ਚੰਦ ਮਾਮਾ ਆ, ਐਵੇਂ ਠੀਕ ਆ, ਚੰਦਰਮਾ ਬਾਰੇ ਦੱਸਿਆ ਹੁੰਦਾ, ਥੋੜ੍ਹਾ ਸੂਰਜ ਦੀਆਂ ਕਹਾਣੀਆਂ ਹੁੰਦੀਆਂ, ਬਹੁਤ ਸਾਰੀਆਂ ਚੀਜ਼ਾਂ। ਇਹ ਸਾਰਾ ਕਿ ਉਹਨਾਂ ਨੂੰ ਇਨਵਾਇਰਮੈਂਟ ਨਾਲ ਜੋੜਿਆ ਹੋਇਆ ਕਿ ਇੱਕ ਮੈਥ ਨਾਲ ਅਤੇ ਲੈਂਗੁਏਜ ਹੀ ਉਹਨਾਂ ਨੂੰ ਜੋੜ ਰਹੀ ਹੈ। ਹੁਣ ਅੱਗੇ ਆਪਾਂ ਇੱਕ ਕੁਐਸਚਨ ਡਿਸਕਸ ਕਰ ਲੈਂਦੇ ਹਾਂ। In EVS concept and issues have not been compartmentalized into science and social why। ਜਿਹੜੀ ਉਹ ਕਹਿੰਦੇ EVS ਦੇ ਅਵਧਾਰਨਾਵਾਂ ਅਤੇ ਜਿਹੜੇ ਮੁੱਦੇ ਆ ਉਹਨਾਂ ਨੂੰ ਸਾਇੰਸ ਅਤੇ ਸੋਸ਼ਲ ਸਾਇੰਸ ਵਿੱਚ ਕਿਉਂ ਨਹੀਂ ਸੰਕਲਿਤ ਕੀਤਾ ਗਿਆ, ਕਿਉਂ? ਕਹਿੰਦੇ ਆਪਸ਼ਨਸ ਹੈਗੇ ਆ, ਸਿਲੇਬਸ ਆਫ EVS ਹੈਜ਼ ਬੀਨ ਪ੍ਰੈਸਕ੍ਰਾਈਬਡ ਹੈਜ਼ ਸਚ ਬਾਈ CBSE ਕਿ ਜੋ ਵੀ ਸਿਲੇਬਸ ਆ ਉਹ CBSE ਦੁਆਰਾ ਬਣਾਇਆ ਗਿਆ। ਨਹੀਂ, ਇਹ ਕੋਈ ਉਹਦਾ ਰੀਜ਼ਨ ਨਹੀਂ ਹੋ ਸਕਦਾ। ਇਹ ਰੀਜ਼ਨ ਨਹੀਂ ਹੋ ਸਕਦਾ। ਇਟ ਇਜ਼ ਫॉर ਡਿਕਰੀਜ਼ਿੰਗ ਦੀ ਸਿਲੇਬਸ ਲੋਡ। ਕਦੀ ਵੀ ਕੋਈ ਵੀ ਚੀਜ਼ EVS ਵਿੱਚ ਲੋਡ ਜਾਂ ਰਿਡਿਊਸ ਕਰਨ ਲਈ ਨਹੀਂ ਕੀਤੀ ਜਾਂਦੀਆਂ। ਇਟ ਇਜ਼ ਗੁੱਡ ਟੀਚਿੰਗ ਲਰਨਿੰਗ ਸਕੈਟਰੀਜ਼, ਮਤਲਬ ਇੱਕ ਟੀਚਿੰਗ ਲਰਨਿੰਗ ਕਰਾਉਣ ਦੀ ਵਧੀਆ ਰਣਨੀਤੀ ਹੈ। ਇਹ ਵੀ ਨਹੀਂ ਕੁਐਸਚਨ ਬਣ ਸਕਦਾ। ਦੀ ਚਾਈਲਡ ਲੁਕਸ ਐਟ ਹਰ ਇਜ਼ ਇਨਵਾਇਰਮੈਂਟ ਇਨ ਹਿਲੋਸਟਿਕ ਮੈਨਰ, ਕਿ ਜਿਹੜਾ ਬੱਚਾ ਆ ਉਹ ਵਿਗਿਆਨ ਨੂੰ ਪੂਰੇ ਹਿਲੋਸਟਿਕ ਮੈਨਰ ਵਿੱਚ ਦੇਖਦਾ ਹੈ। ਇਹ ਇਹਦਾ ਆਨਸਰ ਹੋ ਸਕਦਾ ਹੈ। ਮਤਲਬ ਕਿ ਬੱਚਾ ਜਿਹੜੀ ਹਰ ਇੱਕ ਚੀਜ਼ ਆ ਉਹਨੂੰ ਪੂਰਾ ਜਿਹਾ ਦੇਖਦਾ ਆ, ਉਹਨੂੰ ਨਹੀਂ ਸ਼ੁਰੂ 'ਚ ਨਹੀਂ ਉਹਨੂੰ ਪਤਾ ਲੱਗ ਜਾਂਦਾ ਕਿ ਜਿਵੇਂ ਆਹ ਸਾਇੰਸ ਆ EVS ਆ ਸੋਸ਼ਲ ਸਾਇੰਸ ਆ, ਉਹਦੇ ਲਈ ਹਰ ਇੱਕ ਚੀਜ਼ ਇਕੱਠੀ ਆ, ਇਸ ਕਰਕੇ ਉਹਨੂੰ ਕਿਹਨਾਂ ਦੇ ਇਕੱਠੇ ਹੀ ਪੜ੍ਹਾਇਆ ਜਾਂਦਾ EVS ਵਿੱਚ। NCF 2005 has been recommended and prescribed curriculum and textbook for EVS for classes 1 and 2। The most appropriate reason for this ਹੈ, ਮਤਲਬ ਕਹਿੰਦੇ ਕਿ ਜਿਹੜੀ NCF 2005 ਆ ਉਹਨੇ ਸਿਰਫ 1st ਅਤੇ 2nd ਕਲਾਸ ਲਈ ਜਿਹੜੀ ਕਿਨਾਂ ਦੀ EVS ਦੀ ਬੁੱਕ ਨਹੀਂ ਬਣਾਈ ਹੈ, ਕਿਉਂ? ਟੂ ਰਿਡਿਊਸ ਦੀ ਲੋਡ ਆਫ ਕਰਿਕੂਲਮ। ਕਦੇ ਵੀ ਕੋਈ ਵੀ ਚੀਜ਼ ਨੂੰ ਰਿਡਿਊਸ ਕਰਨ ਵਾਸਤੇ NCERT ਕੋਈ ਨਹੀਂ ਕਰਦਾ, NCF ਨਹੀਂ ਕਰਦਾ। EVS ਇਜ਼ ਓਨਲੀ ਫॉर ਕਲਾਸ 3rd ਔਨਵਰਡ, ਮਤਲਬ ਇਹ ਨਹੀਂ ਕਿਤੇ ਵੀ ਲਿਖਿਆ ਹੋਇਆ ਕਿ ਜਿਵੇਂ EVS ਬੁੱਕ ਆ ਜਿਹੜੀ ਉਹ ਸਿਰਫ 3 ਤੋਂ ਬਾਅਦ ਵਾਲੇ ਬੱਚੇ ਪੜ੍ਹ ਸਕਦੇ ਆ। ਲਰਨਰਸ ਇਨ ਕਲਾਸਿਸ 1 and 2 ਕੈਨ ਨਾਟ ਰੀਡ ਐਂਡ ਰਾਈਟ, ਜਿਹੜੇ ਪਹਿਲੀ ਦੂਜੀ ਦੇ ਕਿਰਨ ਦੇ ਬੱਚੇ ਹੁੰਦੇ ਉਹ ਰੀਡ ਅਤੇ ਰਾਈਟ ਨਹੀਂ ਕਰ ਸਕਦੇ। ਇਹ ਤਾਂ ਬਿਲਕੁਲ ਗਲਤ ਧਾਰਨਾ ਆ। ਟੂ ਪ੍ਰੋਵਾਈਡ ਏ ਕੰਸੈਪਚੁਅਲ ਲਰਨਿੰਗ ਇਨਵਾਇਰਮੈਂਟ, ਮਤਲਬ ਕਿ ਬੱਚਿਆਂ ਨੂੰ ਪਹਿਲਾਂ ਕੀ ਕਰਨਾ ਚਾਹੀਦਾ ਹੈ, ਉਹ ਤਾਂ ਕਿਨਾਂ ਦੇ ਉਹਨਾਂ ਨੂੰ ਨਹੀਂ ਬਣਾਈ ਗਈ ਆ ਕਿ ਉਹਨਾਂ ਦੇ ਵਿੱਚ ਪਹਿਲਾਂ ਕਿਨਾਂ ਦੇ ਕੰਸੈਪਚੁਅਲ ਲਰਨਿੰਗ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਬੱਚੇ ਨੂੰ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਲੈਂਗੁਏਜ ਅਤੇ ਮੈਥ ਦੇ ਥਰੂ ਕਿਨਾਂ ਦੇ ਇਨਫੋਰਮੇਸ਼ਨ ਦੇਣੀ ਚਾਹੀਦੀ ਆ, ਅਤੇ ਫਿਰ ਜਾ ਕੇ ਕਿਨਾਂ ਦੇ EVS ਦੀ ਬੁੱਕ ਉਹਨਾਂ ਨੂੰ ਇਸ਼ੂ ਕਰਨੀ ਚਾਹੀਦੀ ਹੈ। ਟੈਕਸਟ ਬੁੱਕ ਇਜ਼ ਨਾਟ ਦੀ ਓਨਲੀ ਸੋਰਸ ਆਫ ਨੌਲੇਜ ਬਟ ਸ਼ੁੱਡ ਸਪੋਰਟ ਚਿਲਡਰਨ ਟੂ ਕੰਸਟਰਕਟ ਨੌਲੇਜ ਥਰੂ ਆਲ ਸੋਰਸਿਸ ਸੱਚ ਹੈਜ਼ ਬਾਈ ਪੀਪਲ ਦੀ ਇਨਵਾਇਰਮੈਂਟ ਨਿਊਜ਼ਪੇਪਰ। ਉਹ ਕਹਿੰਦੇ ਕਿ ਜਿਹੜੀ ਟੈਕਸਟ ਬੁੱਕ ਆ ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਸੋਰਸ ਆ ਨੌਲੇਜ ਦਾ, ਨਹੀਂ, ਇਹ ਇੱਕ ਮਤਲਬ ਬੱਚੇ ਨੂੰ ਸਪੋਰਟ ਕਰਦੀ ਕਿ ਆਪਦੀ ਕੋਈ ਵੀ ਚੀਜ਼ ਬਣਾਉਣ ਵਾਸਤੇ ਕਿ ਤੂੰ ਕਿਵੇਂ ਅੱਗੇ ਕਰਨਾ ਹੈ। ਅਤੇ ਇਹਦੇ ਵਿੱਚ ਮਤਲਬ ਬਹੁਤ ਸਾਰੇ ਸੋਰਸਿਸ ਹੁੰਦੇ ਆ ਜਿਹਨਾਂ ਤੋਂ ਉਹ ਨੌਲੇਜ ਲੈ ਸਕਦੇ, ਜਿਵੇਂ ਕਿਸੇ ਦੀ ਪੀਪਲਸ ਦੀਆਂ ਸਟੋਰੀਆਂ ਲਿਖੀਆਂ ਹੁੰਦੀਆਂ ਨੇ ਕਿ ਇਨਵਾਇਰਮੈਂਟ ਬਾਰੇ ਕੀ ਲਿਖਿਆ, ਨਿਊਜ਼ਪੇਪਰ ਕੀ ਬਾਰੇ ਕੀ ਲਿਖਿਆ, ਮਤਲਬ ਕਿ ਬੁੱਕਸ ਹੋਣੀਆਂ ਵੀ ਜ਼ਰੂਰੀ ਆ। There is no place for definitions and more information in the textbook of EVS. Even the language used in book is not formal but
दैट स्पोकन बाय चिल्ड्रन। मतलब वो कहते पे आ कि जी अगे भी तुहानूं मैं दस्या गया पैटागोजी में जिथे भी की नांदे वो डेफिनेशनस या टैक्नीकल वर्ड्स का इस्तेमाल करते हैं, वो क्वेश्चन का आंसर नहीं होंदा। वो कहते कि इहदे जी ईवीएस डेफिनेशनस नूं कोई स्पेस नहीं, मतलब कि परिभाषावां नहीं लिखनिया चाहिए कि उन्होंने चाहिए कि बच्चों को तुसीं अपने तरीके नाल कराओ ताकि बच्चे खुद डेफिनेशनस बनावे। तो जी फॉर्मल लैंगुएज कभी नहीं यूज़ की जानी चाहिए आ, सब तो ज़्यादा यूज़ वो की जानी चाहिए जिंदे विच मतलब बच्चों को समझ लग सके, वो वाली लैंगुएज लिखनी चाहिए। विच वन ऑफ फॉलोइंग करैक्टरिस्टिक शुड एन ईवीएस टैक्सट बुक एट दी प्राइमरी लैवल नॉट हैव। वो कहते कि किहड़ी करैक्टरिस्टिक जी नॉट हैव मतलब नहीं हैगी है जी ईवीएस की टैक्सट बुक च प्राइमरी लैवल पर। इट इनकलूड्स ट्रू स्टोरीज एंड इंसीडेंट हैगे आ, ट्रू स्टोरीज लिखिया होंदियां ने ईवीएस की बुक विच, ये चीज़ भी नहीं आप कह सकते हैं। इट फोकस ऑन डेफिनेशन एंड एक्सप्लेनेशन ऑफ एबस्ट्रैक्ट कंसैप्ट। मैं तुहानूं दस्सिया ही सी कि जिहड़े एबस्ट्रैक्ट कंसैप्ट होंदे आ कभी भी ईवीएस विच डेफिनेशन ते फोकस नहीं करना चाहिए। ठीक है, तो इनका आंसर फिर बी हो जाएगा, क्योंकि अपन पढ़िया है। थर्ड ऑप्शन भी सही, क्योंकि आप इंटीग्रेटेड मैनर में लर्निंग कराने पे बच्चों को, तो उन्होंने करने पे कि डिवर्स बैकग्राउंड की कोई भूमिका नहीं होंगी ये, वो आप चीज़ नहीं। ठीक है, इसका आंसर इस करके यही बनता पाया कि फोकस ऑन डेफिनेशन एंड एक्सप्लेनेशन ऑफ एबस्ट्रैक्ट कंसैप्ट। लैसर द बर्डन फ्लैक्सीबिलिटी इन द डेली टाइम टेबल इज़ रिक्वायर्ड इन ऑर्डर टू एक्चुअली डिवोट द डे ऑफ टीचिंग। मतलब कहते हैं कि आप किवें अपना जिहड़ा बर्डन आ लैस कर सकते हैं कि जो भी आप टीचिंग कराते पे हाँ उहदे अपना जिहड़ा डेली टाइम टेबल उहदे थोड़ी फ्लैक्सीबिलिटी लानी चाहिए, हर रोज़ कुछ वक्रा वक्रा करके थोड़े नवे तरीके नाल पढ़ाना चाहिए है। The method of teaching and evaluation will also determine the effectivity of the present textbook in order to make their experience good at school। मतलब जो भी तुसीं evaluation करनी या टीच करवाना आ जिहड़ी मैथड्स ने वो वाले यूज़ एक्सपीरियंस वाले यूज़ करने चाहिए, जो तुहानूं अनुभव होवे कि ये वधिया मैथड आ उही करवाना चाहिए। Higher priority and space should be given an opportunity for contemplation, wondering, discussion in small groups and activity requiring हैंड्स ऑन एक्सपीरियंस। मतलब बच्चों को की करना चाहिए है, कहते पे कि जो भी ग्रुप्स में डिस्कशन कर ली, ठीक है, एक्टिविटी हैंड एक्सपीरियंस कराने लिए अपॉर्चुनिटी या स्पेस जरूर देनी चाहिए है। उच्च चिंतन सोच छोटे समूहों में चर्चा और अनुभव वाली गतिविधियों का अवसर देना चाहिए। कि मतलब सेम वही गल है कि जोड़े स्मॉल ग्रुप्स में बच्चे काम करना दसना चाहिए है, हैंड बेस एक्टिविटी करवानी चाहिए ने, तो उन्होंने थिंकिंग करने कहना चाहिए। टैक्सट बुक ऑफ ईवीएस इज़ चाइल्ड सेंटर सो डैट चिल्ड्रन गैट अ लॉट ऑफ स्पेस टू एक्सप्लोर। मतलब वो कहते पे कि जी टैक्सट बुक्स ने वो चाइल्ड सेंटर ने, आप पढ़िया कि जी ईवीएस दी बुक्स कोई भी बुक्स नहीं, कोई भी स्टडी चाइल्ड सेंटर होनी चाहिए। ठीक है, तो बच्चों को एक्सप्लोर मतलब कुछ भी एक्सप्लोर करने की स्पेस देनी चाहिए, उन्हें कभी भी कंपेल नहीं करना चाहिए, रूट मैमरिंग जी नहीं करवानी चाहिए। विच वन ऑफ फॉलोइंग इज़ नॉट ट्रू दी विद रिस्पैक्ट ऑफ ईवीएस। वो कहते ईवीएस नाल जी रिलेटेड जी गल नहीं सही, नॉट ईवी अपने पीएस टैट या सी टैट के पेपर में बहुत सारे मतलब 5 तो 10 नंबर नॉट वर्ड करके ही अपने गलत हो जाते, इस करके ये वर्ड पर जरूर ध्यान देना। ईवीएस इज़ बेस्ड ऑन चाइल्ड सेंटर्ड लर्निंग, ये तो बिल्कुल सही गल है कि कोई भी लर्निंग आ वो चाइल्ड सेंटर्ड होनी चाहिए। ईवीएस प्रोवाइड अपॉर्चुनिटी टू दी लर्नर्स टू एक्सप्लोर दियर एनवायरनमेंट, कि अपने एनवायरनमेंट को एक्सप्लोर करे, ये भी बिल्कुल सही गल है। ईवीएस एम्फसाइज़ डिस्क्रिप्शंस एंड डेफिनेशन, कि जी ईवीएस वो कहते डिस्क्रिप्शन तो डेफिनेशन पर जोर देंगे, बिल्कुल भी नहीं। ईवीएस मतलब कि कोई भी स्टडी दे विच डेफिनेशन टैक्नीकल चीज़ां ये आप डिस्क्रिप्शनस नहीं यूज़ करते। नेचर ऑफ ईवीएस इज़ इंटीग्रेटेड, ये तो आपको पता है कि जी ईवीएस इंटीग्रेटेड, क्योंकि आप साइंस सोशल साइंस सारे इकट्ठे करके पढ़ाने, इस करके इनका आंसर क्या सी। विच वन ऑफ फॉलोइंग शुड बी द मोस्ट एस्पैक्ट ऑफ इंपॉर्टेंट एस्पैक्ट ऑफ ईवीएस टीचिंग एट प्राइमरी लैवल, कि सब तो इंपॉर्टेंट प्राइमरी लैवल पर किहड़ी चीज़ आ, कंडक्टिंग एक्टिविटी एंड डेवलपिंग स्किल्स, कि
ਸਹੀ ਆ ਇਹ ਵੀ ਬਿਲਕੁਲ ਕਿ ਆਪਾਂ ਨੂੰ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਐਕਟੀਵਿਟੀਆਂ ਕੰਡਕਟ ਕਰਾਉਣੀਆਂ ਚਾਹੀਦੀਆਂ ਹੈ। ਡਿਵੈਲਪਿੰਗ ਸਕਿੱਲ, ਅਚੀਵਿੰਗ ਸਕਸੈਸ ਇਨ ਅਸੈਸਮੈਂਟ, ਅੰਡਰਸਟੈਂਡਿੰਗ ਦੀ ਬੇਸਿਕ ਕੰਸੈਪਟ ਆਫ ਸਾਇੰਸ, ਮਤਲਬ ਕਿ ਸਾਇੰਸ ਦੇ ਬੇਸਿਕ ਕੰਸੈਪਟ, ਕਨੈਕਟਿੰਗ ਲਰਨਰਸ ਟੂ ਦੀ ਨੈਚੁਰਲ ਐਂਡ ਸੋਸ਼ਲ ਕਲਚਰ ਇਨਵਾਇਰਮੈਂਟ। ਸਭ ਤੋਂ ਇਹਦਾ ਮਤਲਬ ਬਿਲਕੁਲ ਸਹੀ ਆਨਸਰ ਇਹਦਾ ਡੀ ਬਾਰ ਹੈ ਕਿ ਬੱਚਿਆਂ ਨੂੰ ਜਿਹੜਾ ਕਨੈਕਟ ਕਰਨਾ ਚਾਹੀਦਾ ਉਹਦੇ ਨੇਚਰ ਨਾਲ, ਠੀਕ ਹੈ, ਅਤੇ ਸੋਸ਼ਲ ਕਲਚਰ ਇਨਵਾਇਰਮੈਂਟ ਨਾਲ। ਹੋਪ ਸੋ ਤੁਹਾਨੂੰ ਅੱਜ